ਸਤਿ ਸ੍ਰੀ ਅਕਾਲ ਜੀ। ਗੁਰਦਿਆਲ ਸਿੰਘ ਪੰਜਾਬੀ ਸਾਹਿਤ ਦੇ ਇੱਕ ਬਹੁਤ ਮਹਾਨ ਲੇਖਕ ਹੋਏ ਹਨ। ਅੱਜ ਅਸੀਂ ਉਹਨਾਂ ਦੀ ਲਿਖੀ ਹੋਈ ਕਹਾਣੀ ਧੀਰੂ ਸ਼ਰਵਣ ਕਰਾਂਗੇ। ਕਹਾਣੀ ਤੋਂ ਪਹਿਲਾਂ ਲੇਖਕ ਬਾਰੇ ਕੁਝ ਜਾਣਕਾਰੀ। ਵਿਸ਼ਵ ਪ੍ਰਸਿੱਧ ਪਦਮ ਸ਼੍ਰੀ ਨਾਵਲਕਾਰ ਪ੍ਰੋਫੈਸਰ ਗੁਰਦਿਆਲ ਸਿੰਘ ਗਿਆਨ ਪੁਰਸਕਾਰ ਵਿਜੇਤਾ ਦਾ ਜਨਮ 10 ਜਨਵਰੀ 1933 ਨੂੰ ਪਿਤਾ ਜਗਤ ਸਿੰਘ ਅਤੇ ਮਾਤਾ ਨਿਹਾਲ ਕੌਰ ਦੀ ਕੁੱਖੋਂ ਹੋਇਆ। ਇਹਨਾਂ ਦੀ ਸ਼ਾਦੀ 13 ਸਾਲ ਦੀ ਉਮਰ ਵਿੱਚ ਬਲਵੰਤ ਕੌਰ ਨਾਲ ਹੋਈ ਅਤੇ 16 ਅਗਸਤ 2016 ਨੂੰ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਗੁਰਦਿਆਲ ਸਿੰਘ ਭਾਰਤ ਦੇ ਮਹਾਨ ਲੇਖਕ ਸਨ, ਜਿਨ੍ਹਾਂ ਨੂੰ ਨਾਵਲ ਲਿਖਣ ਤੇ ਭਾਰਤ ਦੇ ਪ੍ਰਸਿੱਧ ਗਿਆਨਪੀਠ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਅਤੇ ਪਦਮ ਸ਼੍ਰੀ ਤੇ ਜਵਾਹਰ ਲਾਲ ਨਹਿਰੂ ਅਵਾਰਡ ਸਮੇਤ ਅਨੇਕਾਂ ਹੀ ਕੌਮੀ ਤੇ ਕੌਮਾਂਤਰੀ ਪੁਰਸਕਾਰ ਉਹਨਾਂ ਨੂੰ ਮਿਲੇ। ਉਹਨਾਂ ਦੀਆਂ ਕੁਝ ਪ੍ਰਸਿੱਧ ਰਚਨਾਵਾਂ ਇਸ ਪ੍ਰਕਾਰ ਹਨ: ਸੱਗੀ ਫੁੱਲ, ਚੰਨ ਦਾ ਬੂਟਾ, ਓਪਰਾ ਘਰ, ਕੁੱਤਾ ਤੇ ਆਦਮੀ, ਮਸਤੀ ਬੋਤਾ, ਰੁੱਖੇ ਮਿੱਸੇ ਬੰਦੇ, ਬੇਗਾਨਾ ਪਿੰਡ, ਪੱਕਾ ਟਿਕਾਣਾ, ਕਰੀਰ ਦੀ ਢੀਂਗਰੀ। ਇਹ ਉਹਨਾਂ ਦੇ ਕਹਾਣੀ ਸੰਗ੍ਰਹਿ ਹਨ। ਮੜੀ ਦਾ ਦੀਵਾ, ਅਣਹੋਏ, ਰੇਤੇ ਦੀ ਇੱਕ ਮੁੱਠੀ, ਕੁਵੇਲਾ, ਅੱਧ ਚਾਨਣੀ ਰਾਤ, ਆਥਣ ਉੱਗਣ, ਅੰਨੇ ਘੋੜੇ ਦਾ ਦਾਨ, ਪੌ ਫਟਾਲੇ ਤੋਂ ਪਹਿਲਾਂ, ਪਰਸਾ। ਇਹ ਉਹਨਾਂ ਦੇ ਪ੍ਰਸਿੱਧ ਨਾਵਲ ਹਨ। ਇਹਨਾਂ ਵਿੱਚੋਂ ਮੜੀ ਦਾ ਦੀਵਾ ਤੇ ਅੰਨੇ ਘੋੜੇ ਦਾ ਦਾਨ ਉੱਪਰ ਬਹੁਤ ਸੋਹਣੀਆਂ ਫਿਲਮਾਂ ਬਣ ਚੁੱਕੀਆਂ ਹਨ ਤੇ ਮੜੀ ਦਾ ਦੀਵਾ ਫਿਲਮ ਨੂੰ ਤਾਂ ਰੀਜਨਲ ਫਿਲਮ ਯਾਨੀ ਖੇਤਰੀ ਫਿਲਮ ਦੇ ਖੇਤਰ ਵਿੱਚ ਅਵਾਰਡ ਵੀ ਮਿਲਿਆ ਸੀ, ਰਾਸ਼ਟਰੀ ਪੁਰਸਕਾਰ ਮਿਲਿਆ ਸੀ। ਆਓ ਉਹਨਾਂ ਦੀ ਲਿਖੀ ਹੋਈ ਕਹਾਣੀ ਧੀਰੂ ਸ਼ਰਵਣ ਕਰਦੇ ਹਾਂ। ਹਰੀ ਧਾਰੀ ਵਾਲੀ ਬੱਸ ਸੜਕ ਉੱਤੋਂ ਲੰਘਦੀ ਤਾਂ ਧੀਰੂ ਭੱਜ ਕੇ ਵਿਹੜੇ ਵਿੱਚੋਂ ਬਾਹਰ ਆ ਜਾਂਦਾ। ਜੋ ਚੀਜ਼ ਵੀ ਹੱਥ ਆਉਂਦੀ, ਡਲਾ, ਡੱਕਾ, ਡੰਡਾ ਜਾਂ ਠੀਕਰੀ, ਉਹ ਬੱਸ ਵੱਲ ਵਗਾਹ ਮਾਰਦਾ, ਮੂੰਹ ਘੁਰਕਦਾ, ਗਾਲਾਂ ਕੱਢਦਾ ਤੇ ਹਿਰਖਿਆ ਹੋਇਆ ਮੁੜ ਆਉਂਦਾ। ਕਈ ਵਾਰ ਨੱਸੀ ਜਾਂਦੀ ਬੱਸ ਦੇ ਮਗਰ ਵੀ ਭੱਜ ਤੁਰਦਾ। ਉਹਦੀ ਇਸ ਨਵੀਂ ਘਤਿੱਤ ਦਾ ਅਜੇ ਕਿਸੇ ਨੂੰ ਪਤਾ ਨਹੀਂ ਸੀ ਲੱਗਿਆ। ਜੇ ਲੱਗ ਵੀ ਜਾਂਦਾ ਤਦ ਵੀ ਕਿਹੜਾ ਕਿਸੇ ਨੇ ਗੱਲ ਗੌਲਣੀ ਸੀ। ਨੇਤੀ ਉਹ ਕੋਈ ਨਾ ਕੋਈ ਅਜਿਹੀ ਅਵੱਲੀ ਗੱਲ ਕਰਦਾ, ਇੱਕ ਵਾਰ ਤਾਂ ਸਾਰੇ ਹੈਰਾਨ ਰਹਿ ਜਾਂਦੇ, ਪਰ ਇਹ ਹੈਰਾਨੀ ਬਿੰਦ ਝੱਟ ਦੀ ਹੁੰਦੀ। ਫਿਰ ਇਉਂ ਲੱਗਦਾ ਜਿਵੇਂ ਉਹਨੇ ਇੰਜ ਹੀ ਕਰਨਾ ਸੀ। ਪਿਛਲਾ ਸਾਰਾ ਮਹੀਨਾ ਉਹ ਅਜਿਹੀਆਂ ਘਤਿੱਤਾਂ ਹੀ ਕਰਦਾ ਰਿਹਾ। ਗੱਲ ਇਉਂ ਹੋਈ ਕਿ ਪਤਾ ਨਹੀਂ ਕਿੱਥੋਂ ਇੱਕ ਭੂਰੇ ਰੰਗ ਦਾ ਕਤੂਰਾ ਚੁੱਕ ਲਿਆਇਆ। ਉਹਦੀਆਂ ਅੱਖਾਂ ਵੀ ਅਜੇ ਨਹੀਂ ਸਨ ਖੁੱਲ੍ਹੀਆਂ। ਸਾਰੇ ਹੈਰਾਨ ਸਨ ਕਿ ਕੁੱਤੀ ਨੇ ਉਹਨੂੰ ਚੁੱਕਣ ਕਿਵੇਂ ਦੇ ਦਿੱਤਾ। ਜਦੋਂ ਕੋਈ ਪੁੱਛਦਾ ਕਿ ਉਹ ਕਤੂਰਾ ਕਿੱਥੋਂ ਅਤੇ ਕਿਵੇਂ ਚੁੱਕ ਲਿਆਇਆ ਸੀ ਤਾਂ ਅੱਗੋਂ ਘੂਰ ਕੇ ਜਵਾਬ ਦਿੰਦਾ, ਤੁਹਾਨੂੰ ਕੀ, ਕੁੱਟੀ ਤਾਂ ਮੈਨੂੰ ਵੱਢੂ। ਉਹਦੀ ਬੇਬੇ ਨੂੰ ਇੰਨੇ ਵਾਰੀ ਉਹਦੇ ਮੂੰਹ ਵਿੱਚੋਂ ਇਹ ਜਵਾਬ ਸੁਣ ਕੇ ਖਿਝ ਆਈ ਤੇ ਉਹਨੇ ਚਪੇੜ ਉਗਰਦਿਆਂ ਕਿਹਾ, ਮੈਨੂੰ ਵੱਢੂ ਦਿਆਂ ਕੁਝ ਲੱਗਦਿਆ ਜੇ ਤੇਰੀ ਪਤੰਦਰਨੀ ਲੱਤ ਫੜ ਲੈਂਦੀ ਤਾਂ ਪੱਟੀਆਂ ਤੇਰੇ ਪਿਓ ਦਾ ਰੱਖਿਆ ਕੋਈ ਕੰਪਿਊਟਰ ਬਣਦਾ। ਆਹੋ, ਮੈਂ ਆਪੇ ਬੰਨ੍ਹ ਜਾਂਦਾ। ਜਦੋਂ ਉਹਨੇ ਅੱਗੋਂ ਨਿਸੰਗ ਜਵਾਬ ਦਿੰਦਿਆਂ ਘੂਰ ਕੇ ਪਹਿਲਾਂ ਬੇਬੇ ਦੀਆਂ ਅੱਖਾਂ ਵੱਲ ਤੇ ਫਿਰ ਉਗਰੀ ਹੋਈ ਚਪੇੜ ਵੱਲ ਵੇਖਿਆ ਤਾਂ ਉਹਦੀ ਘੂਰੀ ਵੇਖ ਕੇ ਹਿਰਖੀ ਹੋਈ ਬੇਬੇ ਦੀ ਵੀ ਹਾਸੀ ਨਿਕਲ ਗਈ। ਚਿੱਤੋਂ ਉਹਨੂੰ ਖੁਸ਼ੀ ਵੀ ਹੋਈ ਕਿ ਉਹਦਾ ਕੁੜੀਆਂ ਉੱਤੋਂ ਜੰਮਿਆ ਕਿਸੇ ਦੀ ਘੂਰ ਨਹੀਂ ਸੀ ਸਹਿੰਦਾ। ਇਸੇ ਕਰਕੇ ਇੱਕ ਫੋਕੀ ਝਿੜਕ ਦੇ ਕੇ ਆਪਣੇ ਕੰਮ ਜਾ ਲੱਗਦੀ ਤੇ ਇੱਕੋ ਮਹੀਨੇ ਵਿੱਚ ਉਹਨੇ ਪਤਾ ਨਹੀਂ ਕੀ ਕੌਤਕ ਕੀਤੇ। ਕਦੇ ਕਤੂਰੇ ਨੂੰ ਗਊ ਦੇ ਥਣ ਚੁੰਘਣ ਲਾ ਦਿੰਦਾ, ਕਦੇ ਕੱਟੇ ਉੱਤੇ ਬਿਠਾ ਕੇ ਹਾਥੀ ਦੀ ਸਵਾਰੀ ਬਣਾ ਤੁਰਦਾ। ਜਦੋਂ ਜੀ ਕਰਦਾ ਉਹਨੂੰ ਨਲਕੇ ਹੇਠ ਬਿਠਾ ਕੇ ਨਹਾਉਣ ਲੱਗ ਪੈਂਦਾ। ਨਹਾ ਧੁਆ ਕੇ ਆਪਣੇ ਕਿਸੇ ਪਾਟੇ ਪੁਰਾਣੇ ਝੱਗੇ ਨਾਲ ਉਹਦਾ ਮੂੰਹ ਸਿਰ ਪੂੰਝਣ ਲੱਗ ਪੈਂਦਾ, ਜਿਵੇਂ ਕਤੂਰਾ ਸੱਚੀ ਮੁੱਚੀ ਕੋਈ ਸਜਾਇਆ ਜਵਾਕ ਹੋਵੇ। ਵਿਹੜੇ ਵਿੱਚ ਚੰਗੀ ਛਾਂ ਦੇਖ ਕੇ ਬੋਰੀ ਵਿਛਾ ਲੈਂਦਾ ਤੇ ਇਸ ਉੱਤੇ ਉਹਨੂੰ ਬਿਠਾ ਕੇ ਉਹਦੇ ਨਾਲ ਇੰਝ ਗੱਲਾਂ ਕਰਦਾ ਜਿਵੇਂ ਉਹਦੀ ਭਾਖਿਆ ਸਮਝਦਾ ਹੋਵੇ। ਜਦੋਂ ਕਤੂਰਾ ਕਾਹਲਾ ਪੈ ਕੇ ਬੋਰੀ ਉੱਤੋਂ ਲਾਂਭੇ ਜਾਣ ਲੱਗਦਾ
ਤਾਂ ਕੋਈ ਕੌਲੀ, ਗਲਾਸ ਜਾਂ ਆਪਣੇ ਟੁੱਟੇ ਗਡੀਰੇ ਦੇ 2 ਪਹੀਏ ਜਾਂ ਪਾਟੀ ਖਿੱਦੋ ਉਹਦੇ ਮੂਹਰੇ ਲਿਆ ਧਰਦਾ ਅਤੇ ਇਹਨਾਂ ਨਾਲ ਉਹਨੂੰ ਖੇਡਣ ਸਿਖਾਈ ਜਾਂਦਾ। ਉਹਦਾ ਨਾਂ ਇਹਨੇ ਭੌਰੂ ਰੱਖ ਲਿਆ ਸੀ। ਕਤੂਰਾ ਵੀ ਉਸ ਨਾਲ ਇੰਨਾ ਹਿੱਲ ਗਿਆ ਕਿ ਰਾਤ ਨੂੰ ਵੀ ਉਹਦੇ ਮੰਜੇ ਦੀਆਂ ਪੁਆਂਦਾਂ ਉੱਤੇ ਸੌਂਦਾ। ਜੇ ਧੀਰੂ ਸੁੱਤਾ ਦੇਖ ਕੇ ਉਹਨੂੰ ਫੜ ਕੇ ਹੇਠ ਕੋਈ ਹੋਰ ਉਸ ਨੂੰ ਹੇਠਾਂ ਉਤਾਰ ਦਿੰਦਾ ਤਾਂ ਚੌਂ ਚੌਂ ਕਰਦਾ ਮੰਜੇ ਦੇ ਆਲੇ ਦੁਆਲੇ ਤੁਰਿਆ ਫਿਰਦਾ। ਇੱਥੋਂ ਤੱਕ ਕਿ ਲੱਸੀ ਪਾਣੀ ਵੀ ਉਹਦੇ ਹੱਥੋਂ ਹੀ ਪੀਂਦਾ ਅਤੇ ਅੱਗੋਂ ਉਹ ਵੀ ਅਜਿਹਾ ਜਿੱਦੀ ਕਿ ਬੇਬੇ ਨੂੰ ਕਹਿਣ ਦੀ ਥਾਂ ਛੰਨਾ ਬਾਟੀ ਚੁੱਕ ਕੇ ਰਿੜਕਣੇ ਕੋਲ ਜਾ ਰੱਖਦਾ ਅਤੇ ਲੱਸੀ ਦਾ ਭਰਿਆ ਰਿੜਕਣਾ ਗਲੋਂ ਫੜ ਕੇ ਵਧਾਉਣ ਲੱਗ ਪੈਂਦਾ। ਬੇਬੇ ਵੇਖ ਲੈਂਦੀ, ਅਲੀ ਅਲੀ ਕਰਕੇ ਪੈਂਦੀ, ਵੇ ਜਾਣਦਿਆਂ ਖਾਣਿਆਂ ਵੇਖੀ ਠੀਕਰੇ ਬਣਾ ਦਿੰਦਾ, ਐਡੀ ਖੋਟੀ ਜੜੀ ਹੈ, ਮਜਾਲ ਹੈ ਕਿਸ ਨੂੰ ਕਹਿ ਦੇ ਟੁੱਟੇ ਮੂੰਹ ਨਾਲ, ਜੇ ਭਲਾ ਤੇਰਾ ਪਿਓ ਫੁੱਟ ਜਾਂਦਾ ਫੇਰ, ਮੈਨੂੰ ਤੀ ਫੁੱਟ ਜਾਂਦਾ ਤਾਂ ਫੁੱਟ ਦਿੰਦਾ। ਉਵੇਂ ਘੂਰ ਵੱਟ ਕੇ ਉਹ ਜਵਾਬ ਦਿੰਦਾ ਅਤੇ ਜਦੋਂ ਬੇਬੇ ਆਪ ਆ ਕੇ ਲੱਸੀ ਪਾ ਦਿੰਦੀ ਤਦ ਵੀ ਉਹਦਾ ਕੋਈ ਅਹਿਸਾਨ ਮੰਨੇ ਬਿਨਾਂ ਚੁੱਪ ਕਰਕੇ ਬਾਟੀ ਛੰਨਾ ਚੁੱਕੀ ਕਤੂਰੇ ਕੋਲ ਆ ਬੈਠਦਾ। ਬੇਬੇ ਜਿਵੇਂ ਬੇਵਸੀ ਵਿੱਚ ਇੰਨਾ ਕਹਿ ਕੇ ਚੁੱਪ ਕਰ ਜਾਂਦੀ, ਖਬਰ ਨਹੀਂ ਕਿਹਦੇ 'ਤੇ ਗਿਆ, ਜਾਏ ਖਾਣਾ ਮੁੰਨਾ ਜਿਹਾ। ਕਤੂਰੇ ਦੇ ਹੁੰਦਿਆਂ ਇੱਕ ਗੱਲ ਜ਼ਰੂਰ ਸੀ ਕਿ ਉਹ ਹੁਣ ਦੂਜੇ ਨਿਆਣਿਆਂ ਨਾਲ ਲੜਨੋਂ ਝਗੜਨੋਂ ਹਟ ਗਿਆ ਸੀ। ਪਰ ਜਦੋਂ ਦਾ ਹੁਣ ਉਹਦਾ ਭੌਰੂ ਗਵਾਚਿਆ ਸੀ ਉਦੋਂ ਤੋਂ ਉਹਦੀਆਂ ਆਦਤਾਂ ਬਹੁਤ ਵਿਗੜ ਗਈਆਂ ਸਨ। ਰੋਟੀ ਖਾਂਦਾ ਖਾਂਦਾ ਦਾਲ ਵਿੱਚੇ ਛੱਡ ਕੇ ਰੁੱਖੀ ਰੋਟੀ ਚੁੱਕਦਾ ਅਤੇ ਉਹਦੀ ਪੂਣੀ ਬਣਾ ਕੇ ਬੁਰਕੀਆਂ ਵੜਦਾ ਬਾਹਰ ਨੂੰ ਤੁਰ ਜਾਂਦਾ। ਕਦੇ ਪਹਿਲੀ ਬੁਰਕੀ ਲਾਉਣ ਸਾਰ ਗੁੱਸੇ ਨਾਲ ਲੱਤ ਮਾਰ ਕੇ ਦਾਲ ਡੋਲ ਦਿੰਦਾ। ਪਾਣੀ ਦਾ ਭਰਿਆ ਭਰਾਇਆ ਗਲਾਸ ਘੁੱਟ ਭਰ ਕੇ ਭੁੰਜੇ ਲੱਖਣ ਲੱਗਿਆਂ ਜਾਣ ਬੁੱਝ ਕੇ ਮੂਧਾ ਕਰ ਦਿੰਦਾ। ਉਹਦੀਆਂ ਵੱਡੀਆਂ 2 ਭੈਣਾਂ ਅਤੇ ਬੇਬੇ ਹੈਰਾਨ ਹੁੰਦੀਆਂ, ਇਹ ਵੇਂਦੀਆਂ ਰਹਿੰਦੀਆਂ ਕਰੇ ਕੋਈ ਕੀ, ਉਹਦੇ ਅੱਗੇ ਉਹਨੇ ਕਿਹੜਾ ਅੱਗੋਂ ਕੋਈ ਸਿੱਧਾ ਜਵਾਬ ਦੇਣਾ ਸੀ। ਅੱਜ ਸਵੇਰ ਤੋਂ ਹੀ ਧੀਰੂ ਕਿਸੇ ਨਾਲ ਨਹੀਂ ਸੀ ਬੋਲਿਆ। ਵਿਹੜੇ ਦੀ ਸੜਕ ਵਾਲੇ ਪਾਸੇ ਦੀ ਕੰਧ ਦੇ ਖੂੰਜੇ ਬਾਹਰ ਵਾਰ ਉਹਨੇ ਰੋੜਿਆਂ ਦਾ ਇੱਕ ਢੇਰ ਇਕੱਠਾ ਕੀਤਾ ਹੋਇਆ ਸੀ। ਕੱਲੀ ਕੱਛ ਪਾ ਕੇ ਮੂੰਹ ਵਿੱਚ ਸੱਜੇ ਹੱਥ ਦੀਆਂ 3 ਉਂਗਲਾਂ ਪਾਈ, ਅੱਖਾਂ ਅੱਡੀ ਖੜੋਤਾ ਸੜਕ ਵੱਲ ਝਾਕੀ ਜਾਂਦਾ ਸੀ। ਖੇਤ ਨੂੰ ਜਾਣ ਲੱਗਿਆ ਉਹਦੇ ਬਾਪੂ ਨੇ ਹੱਸ ਕੇ ਪੁੱਛਿਆ, ਇੱਥੇ ਕਿਵੇਂ ਖੜਾ ਸਾਡਾ ਸੱਚਾ ਸੁੰਮਾਂ ਵਾਲਾ ਵੈਲੀ? ਧੀਰੂ ਨੇ ਇੱਕ ਵਾਰ ਬਾਪੂ ਦੇ ਮੁਸਕਰਾਉਂਦੇ ਚਿਹਰੇ ਵੱਲ ਤੱਕਿਆ ਅਤੇ ਫਿਰ ਸੜਕ ਵੱਲ ਨਿਗਾਹ ਕਰ ਲਈ। ਆ ਫਿਰ ਤੈਨੂੰ ਖੇਤ ਲੈ ਚੱਲਾਂ, ਬਾਪੂ ਨੇ ਉਵੇਂ ਹੀ ਮੁਸਕਰਾਉਂਦਿਆਂ ਕਿਹਾ। ਉਹਨੇ ਬੇਧਿਆਨੀ ਨਾਲ ਸਜਰੇ ਮੁੰਨੇ ਸਿਰ ਉੱਤੇ ਹੱਥ ਫੇਰਦਿਆਂ ਸਿਰ ਹਿਲਾ ਦਿੱਤਾ। ਉਹਦਾ ਬਾਪੂ ਖੇਤ ਨੂੰ ਤੁਰਿਆ ਜਾਂਦਾ ਸੋਚੀ ਪੈ ਗਿਆ, ਇਹ ਕਿਹੋ ਜਿਹਾ ਸ਼ੋਰ ਹੈ, ਕਦੇ ਅਲੇਹੇ ਵਾਂਗੂ ਐਦਾਂ ਚੁੰਬੜੂ ਬਈ ਗਲੋਂ ਨਹੀਂ ਲਹਿੰਦਾ ਅਤੇ ਕਦੇ ਆਖੇ ਤਾਂ ਵੀ ਅੱਖ ਨਹੀਂ ਰਲਾਉਂਦਾ। ਉਸੇ ਵੇਲੇ ਉਹਨੇ ਪਿਛਾਂਹ ਮੁੜ ਕੇ ਵੇਖਿਆ, ਇੱਕ ਬੱਸ ਉਹਨਾਂ ਦੇ ਘਰ ਸਾਹਮਣੇ ਆ ਕੇ ਰੁਕ ਗਈ। ਧੀਰੂ ਕੰਧ ਨਾਲ ਪਏ ਡਲੇ ਅੰਨ੍ਹੇਵਾਹ ਚੁੱਕ ਕੇ ਬੱਸ ਵੱਲ ਵਗਾਹੀ ਜਾ ਰਿਹਾ ਸੀ। 1-2 ਡਲੇ ਸ਼ਾਇਦ ਸ਼ੀਸ਼ਿਆਂ ਵਿੱਚ ਵੀ ਵੱਜੇ ਸਨ। ਬੱਸ ਵਿੱਚੋਂ ਭੱਜ ਕੇ ਪਹਿਲਾਂ ਕੰਡਕਟਰ ਉਤਰਿਆ ਅਤੇ ਫਿਰ 1-2 ਹੋਰ ਬੰਦੇ। ਕੰਡਕਟਰ ਨੇ ਧੀਰੂ ਦੇ ਦੋਵੇਂ ਹੱਥ ਫੜ ਕੇ ਜਦੋਂ ਚਪੇੜ ਉਗਰੀ ਤਾਂ ਧੀਰੂ ਦੇ ਬਾਪੂ ਨੇ ਦੂਰੋਂ ਹੀ ਹੋਕਰਾ ਮਾਰਿਆ, ਵੇਖੀ ਓਏ ਵੇਖੀ ਕਿਤੇ। ਕੰਡਕਟਰ ਨੇ ਭੌਂ ਕੇ ਉਸ ਵੱਲ ਤੱਕਿਆ ਤਾਂ ਉਦੋਂ ਤਾਈ ਧੀਰੂ ਦੀ ਮਾਂ ਵੀ ਬਾਹਰ ਨਿਕਲ ਆਈ ਸੀ। ਉਹਨੇ ਭੱਜ ਕੇ ਕੰਡਕਟਰ ਕੋਲੋਂ ਉਹਦੀਆਂ ਬਾਹਾਂ ਛੁਡਾਉਂਦਿਆਂ ਕਿਹਾ, ਕੀ ਗੱਲ ਹੈ ਭਾਈ, ਇਹਨੇ ਕੀ ਸੜਕ ਪੱਟਤੀ ਤੇਰੀ? ਬੱਸ ਦੇ 2 ਸ਼ੀਸ਼ੇ ਭੰਨਤੇ, ਅਜੇ ਸੜਕ ਪੱਟਣ 'ਚ ਕੋਈ ਕਸਰ ਹੈ? ਬਹੁਤਾ ਉੱਚਾ ਨੀਵਾਂ ਨਾ ਬੋਲ, ਆਪਦੇ ਸ਼ੀਸ਼ਿਆਂ ਦੇ ਪੈਸੇ ਲੈ ਲਈ। ਹੱਦ ਹੋ ਗਈ ਬਾਈ। ਕੰਡਕਟਰ ਦੇ ਮਗਰ ਖੜੋਤੇ 2 ਬੰਦਿਆਂ 'ਚੋਂ ਇੱਕ ਨੇ ਧੀਰੂ ਦੇ ਬਾਪ ਨੂੰ ਨੇੜੇ ਆਇਆ ਵੇਖ ਕੇ ਕਿਹਾ, ਐਂ ਤਾਂ ਇਹ ਭਾਈ ਕੱਲ੍ਹ ਨੂੰ ਕਿਸੇ ਦਾ ਸਿਰ 'ਚ ਡਲਾ ਮਾਰੂ ਅਤੇ ਹੁਣ ਕੋਈ ਕਸਰ ਰਹੀ ਹੈ? ਦੂਜੇ ਬੰਦੇ ਨੇ ਖਰਵੀ ਆਵਾਜ਼ 'ਚ ਕਿਹਾ, ਆਹ ਵੇਖ ਮੇਰੇ ਕੁੜਤੇ ਉੱਤੋਂ ਹੀ ਕੱਚ ਦੀ ਕਾਤਰ ਤਿੜਕ ਕੇ ਲੰਘੀ ਸੀ ਅਤੇ ਬਾਹਾਂ 'ਚ ਖੁੱਭ ਜਾਂਦੀ, ਕਿਹੜਾ ਚਰਜ ਸੀ? ਧੀਰੂ ਦਾ ਬਾਪੂ ਉਹਨਾਂ ਦੇ ਕੋਲ ਆ ਕੇ ਬਿੰਦ ਦਾ ਬਿੰਦ ਚੁੱਪ ਰਿਹਾ।
ਪਰ ਫੇਰ ਉਹਨੇ ਦਬਵੀਂ ਆਵਾਜ਼ ਵਿੱਚ ਕਿਹਾ, ਕੋਈ ਨਹੀਂ ਬਾਈ, ਨਿਆਣਾ ਹੈ, ਹਰਖੋ ਨਾ। ਇਹ ਨਿਆਣਾ ਹੈ ਤਾਂ ਅਸੀਂ ਲੱਖ ਰੁਪਏ ਦੀ ਬੱਸ ਬਣਾ ਲਈਏ ਇਹ ਤੋਂ। ਕੰਡਕਟਰ ਨੇ ਰਤਾ ਹੋਰ ਤਿੱਖਾ ਹੋ ਕੇ ਕਿਹਾ। ਪਰ ਉੱਧਰੋਂ ਡਰਾਈਵਰ ਆਵਾਜ਼ਾਂ ਮਾਰਨ ਲੱਗ ਪਿਆ ਸੀ। ਉਹ ਇਹ ਕਹਿੰਦਾ ਵੀ ਸੁਣਿਆ, ਆ ਯਾਰ, ਕੀ ਨਿਆਣਿਆਂ ਦੇ ਪਿੱਛੇ ਝੱਜੂ ਪਾਉਣ ਲੱਗਿਆ? ਇਹ ਤਾਂ ਪਿੰਡ ਹੀ ਐਸਾ, ਸਾਰਾ ਨਿਰਾ ਅੜਬ। ਕੰਡਕਟਰ ਤੇ ਦੋਵੇਂ ਬੰਦੇ ਹੌਲੀ ਹੌਲੀ ਘੁਰਕਦੇ ਮੁੜ ਗਏ। ਕੰਡਕਟਰ ਜਾਂਦਾ ਜਾਂਦਾ ਬੱਸ ਦੀ ਮਗਰਲੀ ਖਿੜਕੀ ਕੋਲ ਜਾ ਕੇ ਸੀਟੀ ਵਜਾਉਣ ਤੋਂ ਪਹਿਲਾਂ ਜਿਵੇਂ ਡਰਾਵਾ ਦਿੰਦਿਆਂ ਬੋਲਿਆ, ਅਸੀਂ ਥਾਣੇ ਰਪਟ ਲਿਖਾਵਾਂਗੇ, ਹੁਣ ਤੁਸੀਂ ਆਪਦਾ ਪੜ੍ਹਿਆ ਵਿਚਾਰ ਲਿਓ। ਬੱਸ ਅਜੇ ਤੁਰੀ ਹੀ ਸੀ ਕਿ ਧੀਰੂ ਨੇ ਧੁਰਲੀ ਮਾਰ ਕੇ ਬੇਬੇ ਕੋਲੋਂ ਦੋਵੇਂ ਬਾਹਾਂ ਛੁਡਾ ਲਈਆਂ ਤੇ ਢੇਰ ਵਿੱਚੋਂ ਇੱਕ ਡਲਾ ਚੁੱਕ ਕੇ ਇੰਨੀ ਫੁਰਤੀ ਨਾਲ ਬੱਸ ਦੇ ਪਿੱਛੇ ਚਲਾਇਆ ਕਿ ਉਹਦੇ ਪਿਓ ਤੋਂ ਵੀ ਉਹਦਾ ਹੱਥ ਨਾ ਫੜਿਆ ਗਿਆ। ਉਹਨੇ ਹਿਰਕ ਕੇ ਗਾਲ ਕੱਢਦਿਆਂ ਕਿਹਾ, ਮੀਣਿਆ ਜਿਹਾ ਹਟਦਾ ਨਹੀਂ ਤੂੰ? ਨਹੀਂ ਹੱਥਦਾ। ਧੀਰੂ ਘੂਰ ਕੇ ਪਿਓ ਵੱਲ ਤੱਕਦਿਆਂ ਕਿਹਾ, ਇਹਨਾਂ ਨੂੰ ਵੱਧੂਗਾ। ਆ ਫਿਰ ਵੱਢ। ਬਾਪੂ ਨੇ ਉਹਦੀ ਬਾਂਹ ਫੜ ਕੇ ਝਟਕਾ ਦਿੰਦਿਆਂ ਆਪਣੀ ਕਹੀ ਉਹਦੇ ਮੂਹਰੇ ਸੁੱਟਦਿਆਂ ਕਿਹਾ, ਆ ਚੱਕ, ਆ ਪਈਆ ਕਹੀ। ਤੇ ਉਹਨਾਂ ਦੇ ਵੇਂਦਿਆਂ ਸੱਚੀ ਧੀਰੂ ਕਹੀ ਦੇ ਦਸਤੇ ਨੂੰ ਫੜ ਕੇ ਘੜੀਸਦਾ ਸੜਕ ਵੱਲ ਨੱਸ ਤੁਰਿਆ। ਸੜਕ ਦੇ ਐਨ ਵਿਚਕਾਰ ਜਾ ਕੇ ਉਹਨੇ ਕਹੀ ਦੋਹਾਂ ਹੱਥਾਂ ਨਾਲ ਪਤਾ ਨਹੀਂ ਕਿਵੇਂ ਉਤਾਂਹ ਉਗਾਸੀ ਕਿ ਉਹਦਾ ਹੇਠ ਡਿੱਗਦੀ ਦਾ ਪਤਾ ਹੀ ਨਹੀਂ ਲੱਗਿਆ। ਸਾਹਮਣੇ ਵਾਲੇ ਘਰਾਂ ਤੋਂ ਸੜਕ ਉੱਤੇ ਆਉਂਦੇ ਦੋ ਸਾਈਕਲ ਵਾਲੇ ਬੰਦਿਆਂ ਦੇ ਮੂੰਹ ਅੱਡੇ ਰਹਿ ਗਏ। ਸਾਹਮਣੇ ਸ਼ੂਕ ਦਾ ਟਰੱਕ ਆ ਰਿਹਾ ਸੀ। ਉਹਦੀ ਬੇਬੇ ਨੇ ਭੱਜ ਕੇ ਧੀਰੂ ਨੂੰ ਸੰਭਾਲਿਆ ਤੇ ਕਹੀ ਉਹਦੇ ਬਾਪੂ ਨੇ ਚੁੱਕ ਲਈ। ਧੀਰੂ ਦੀਆਂ ਅੱਖਾਂ ਲਾਲ ਸੂਈਆਂ ਹੋ ਗਈਆਂ ਸਨ। ਪਹਿਲਾਂ ਤਾਂ ਉਹ ਬੇਬੇ ਦੀ ਕੁੱਛੜ ਚੜ੍ਹਿਆਂ ਲੱਤਾਂ ਮਾਰਦਾ ਤੇ ਉਹਦੀ ਹਿੱਕ ਤੇ ਮੁੱਕੀਆਂ ਨਾਲ ਕੁੱਟਦਾ ਰਿਹਾ, ਪਰ ਜਦੋਂ ਫੇਰ ਵੀ ਨਾ ਹਟਿਆ ਤਾਂ ਚੀਕਾਂ ਮਾਰਨ ਲੱਗ ਪਿਆ। ਅੱਖਾਂ ਵਿੱਚੋਂ ਤ੍ਰਿਪ ਹੰਝੂ ਡਿੱਗਣ ਲੱਗ ਪਏ। ਕਿਸੇ ਨੂੰ ਸਮਝ ਨਹੀਂ ਸੀ ਆ ਰਹੀ ਕਿ ਉਹਨੂੰ ਹੋ ਕੀ ਗਿਆ। ਉਦੋਂ ਸਾਰਾ ਦਿਨ ਹੀ ਉਹ ਰੋਂਦਾ ਰਿਹਾ। ਉਹਨੇ ਰੋਟੀ ਵੀ ਨਾ ਖਾਧੀ, ਨਾ ਹੀ ਦੁੱਧ ਪੀਤਾ। ਜਦੋਂ ਰੋਂਦਾ ਥੱਕ ਗਿਆ ਤਾਂ ਘਰੋੜੇ ਮੰਜੇ ਉੱਤੇ ਹੀ ਸੌਂ ਗਿਆ। ਰਾਤ ਨੂੰ ਉਹਦੇ ਬਾਪੂ ਨੇ ਰਤਾ ਫਿਕਰਮੰਦ ਹੋ ਕੇ ਕਿਹਾ, ਆਏ ਇਹਦਾ ਕੀ ਹਾਲ ਹੋ? ਧੀਰੂ ਦੀ ਬੇਬੇ ਵੀ ਉਹਦੀ ਗੱਲ ਸੁਣ ਕੇ ਫਿਕਰਮੰਦ ਹੋ ਗਈ, ਪਰ ਕੋਲ ਪਈ ਛੋਟੀ ਧੀ ਬੀਬੋ ਨੇ ਕਿਹਾ, ਬਾਪੂ ਮੈਂ ਦੱਸਾਂ ਇਹ ਕਿਉਂ ਬੱਸ ਦੇ ਡਲੇ ਮਾਰਦਾ? ਦੱਸ ਪੁੱਤ। ਇਹਦਾ ਭੌਰੂ ਇਹੋ ਜੀ ਬੱਸ ਦੇ ਹੇਠ ਆ ਗਿਆ ਸੀ? ਉਹ ਬੱਸ ਦੇ ਹੇਠ ਆ ਗਿਆ ਸੀ? ਆਹੋ, ਮੈਂ ਆਪ ਵੇਖਿਆ। 2-3 ਦਿਨ ਤਾਂ ਇਹ ਸੜਕ ਦੇ ਵਿਚਾਲੇ ਜਾ ਕੇ ਲਿਬੜੇ ਥਾਂ ਨੂੰ ਵੀ ਵੇਖਦਾ ਰਿਹਾ। ਨਾਲੇ ਹੁਣ ਵੀ ਰੋਜ਼ ਸੜਕ 'ਤੇ ਜਾਂਦੇ ਤੜਕੇ ਉੱਠ ਕੇ, ਪਰ ਸੜਕੋਂ ਪਾਰ ਨਹੀਂ ਲੰਘਦਾ। ਲੈ, ਆਪਾਂ ਨੂੰ ਤਾਂ ਪਤਾ ਵੀ ਨਹੀਂ ਸੀ ਇਸ ਗੱਲ ਦਾ। ਤੂੰ ਨਾ ਕੁੜੇ ਦੱਸਿਆ ਪਹਿਲਾਂ। ਮੈਨੂੰ ਵੀ ਤਾਰੇ ਕੀ ਭੂਰੋ ਨੇ ਕੱਲ੍ਹ ਹੀ ਦੱਸਿਆ, ਪਰ ਇਹਨੇ ਅਜੇ ਤੱਕ ਗੱਲ ਹੀ ਨਹੀਂ ਕੀਤੀ, ਨਾ ਪਤਾ ਲੱਗਣ ਦਿੱਤਾ। ਮੈਂ ਵੀ ਕਈ ਦਿਨਾਂ ਤੋਂ ਜਾਚਦਾ ਹਾਂ ਬਈ ਇਹ ਤਾਰੇ ਦੇ ਮੁੰਡੇ ਦਾ ਅੱਗੇ ਤਾਂ ਬਿੰਦ ਵੀ ਵਸਾ ਨਹੀਂ ਸੀ ਕਰਦਾ, ਹੁਣ ਕਦੇ ਉਹਨਾਂ ਦੇ ਵਾੜੇ 'ਚ ਗਿਆ ਹੀ ਨਹੀਂ। ਸਾਰੇ ਹੈਰਾਨ ਸਨ ਕਿ ਇੰਨੀ ਵੱਡੀ ਗੱਲ ਵੀ ਧੀਰੂ ਨੇ ਕਿਉਂ ਕਿਸੇ ਨੂੰ ਨਹੀਂ ਸੀ ਦੱਸੀ। ਅਗਲੇ ਦਿਨ ਹੀ ਉਹਦੇ ਬਾਪੂ ਨੇ ਉਹਨੂੰ ਕਿੱਧਰੋਂ ਇੱਕ ਮਰੀਅਲ ਜਿਹਾ ਹੋਰ ਕਤੂਰਾ ਲਿਆ ਦਿੱਤਾ। ਪਹਿਲਾਂ ਤਾਂ ਧੀਰੂ ਨੇ ਉਸ ਵੱਲ ਵੇਖਿਆ ਵੀ ਨਾ, ਪਰ ਬਾਪੂ ਦੇ ਖੇਤੋਂ ਮੁੜਨ ਤਾਈਂ ਉਹਦੇ ਨਾਲ ਹੀ ਪਰਚ ਗਿਆ, ਖੇਡਣ ਲੱਗ ਪਿਆ। ਉਸ ਰਾਤ ਨੂੰ ਕਰੁੱਤਾ ਮੀਂਹ ਪਿਆ, ਪਰ ਨਾਲੇ ਚੱਲਣ ਲੱਗ ਪਏ। ਅਗਲੇ ਦਿਨ ਸੁੱਤਾ ਉੱਠਣ ਸਾਰ ਹੀ ਜਦੋਂ ਧੀਰੂ ਸੜਕ ਵੱਲ ਗਿਆ ਤਾਂ ਉੱਥੇ ਉਹਦੇ ਭੌਰੂ ਦੇ ਲਹੂ ਦੇ ਆਖਰੀ ਨਿਸ਼ਾਨ ਵੀ ਧੋਤੇ ਗਏ ਸਨ। ਉਹਨੇ ਘਰ ਆ ਕੇ ਕਤੂਰੇ ਦੀ ਰੱਸੀ ਫੜੀ ਤੇ ਉਹਨੂੰ ਧੂੰਦਾ ਤਾਰੇ ਦੇ ਮੁੰਡੇ ਨਾਲ ਖੇਡਣ ਚਲਾ ਗਿਆ। ਇਹ ਤਾਂ ਸੀ ਜੀ ਕਹਾਣੀ ਧੀਰੂ। ਕਹਾਣੀ ਸਾਨੂੰ ਦੱਸਦੀ ਹੈ ਕਿ ਬੱਚਿਆਂ ਦਾ ਮਨ ਬਹੁਤ ਕੋਮਲ ਹੁੰਦਾ ਹੈ। ਕੁਝ ਅਜਿਹੀਆਂ ਗੱਲਾਂ ਹਨ ਜਿਨ੍ਹਾਂ ਦਾ ਬੱਚਿਆਂ ਦੇ ਮਨ ਉੱਪਰ ਸਿੱਧਾ ਅਸਰ ਪੈਂਦਾ ਹੈ। ਅਗਰ ਬੱਚੇ ਦੇ ਬਿਹੇਵੀਅਰ ਵਿੱਚ ਕੋਈ ਤਬਦੀਲੀ ਆਉਂਦੀ ਹੈ ਤਾਂ ਸਾਨੂੰ ਉਸ ਦੇ ਪਿੱਛੇ ਉਸ ਦਾ ਕਾਰਨ ਲੱਭਣਾ ਚਾਹੀਦਾ ਹੈ। ਗੁੱਸੇ ਦੀ ਬਜਾਏ ਬੱਚੇ ਦੀਆਂ ਭਾਵਨਾਵਾਂ ਨੂੰ ਸਮਝ ਕੇ ਉਸ ਬੱਚੇ ਨੂੰ ਸਮਝਾਉਣਾ ਚਾਹੀਦਾ ਹੈ
ਬੱਚੇ ਦਾ ਮਨ ਕੱਚੀ ਮਿੱਟੀ ਵਰਗਾ ਹੁੰਦਾ ਹੈ। ਜਿਸ ਤਰ੍ਹਾਂ ਦਾ ਅਸੀਂ ਆਕਾਰ ਦੇਵਾਂਗੇ ਬੱਚੇ ਉਸੇ ਤਰ੍ਹਾਂ ਬਣਦੇ ਜਾਣਗੇ। ਕਹਾਣੀ ਤੋਂ ਬਾਅਦ ਇਸ ਕਹਾਣੀ ਤੇ ਨਾਲ ਸੰਬੰਧਿਤ ਕੁਝ ਪ੍ਰਸ਼ਨ ਉੱਤਰ। ਸਭ ਤੋਂ ਪਹਿਲਾਂ ਕਹਾਣੀ ਵਿੱਚ ਆਏ ਔਖੇ ਸ਼ਬਦ ਤੇ ਉਹਨਾਂ ਦੇ ਅਰਥ ਇਸ ਪ੍ਰਕਾਰ ਹਨ। ਭਾਖਿਆ ਭਾਸ਼ਾ, ਕਥਿਤ ਭੈੜੀ ਆਦਤ, ਗੌਲਣੀ ਧਿਆਨ ਦੇਣਾ, ਅਵੱਲੀ ਵੱਖਰੀ ਕਿਸਮ ਦੀ, ਕਤੂਰਾ ਕੁੱਤੇ ਦਾ ਛੋਟਾ ਬੱਚਾ, ਨਿਸੰਗ ਬਿਨਾਂ ਸੰਗੇ, ਕੌਤਕ ਚਮਤਕਾਰ। ਹੋਕਰਾ ਉੱਚੀ ਆਵਾਜ਼, ਹਰਖ ਗੁੱਸਾ, ਧੁਰਲੀ ਮਾਰਨਾ ਉਛਲਣਾ, ਘਰੋੜੇ ਮੰਜੇ ਤੇ ਅਜਿਹਾ ਮੰਜਾ ਜਿਹਦੇ ਉੱਪਰ ਬਿਸਤਰ ਨਾ ਵਿਛਿਆ ਹੋਵੇ, ਬਿੰਦ ਛਿਣ, ਕਰੁੱਤਾ ਬਿਨਾਂ ਰੁੱਤ ਦਾ। ਪ੍ਰਸ਼ਨ ਹੈ, ਧੀਰੂ ਕਿਸ ਰੰਗ ਦਾ ਕਤੂਰਾ ਚੁੱਕ ਲਿਆਇਆ ਤੇ ਉਸ ਨੇ ਕਤੂਰੇ ਦਾ ਨਾਂ ਕੀ ਰੱਖਿਆ? ਉੱਤਰ, ਧੀਰੂ ਭੂਰੇ ਰੰਗ ਦਾ ਕਤੂਰਾ ਚੁੱਕ ਕੇ ਲਿਆਇਆ ਸੀ ਤੇ ਉਸ ਦਾ ਨਾਂ ਉਸਨੇ ਭੌਰੂ ਰੱਖਿਆ। ਪ੍ਰਸ਼ਨ, ਧੀ ਕਤੂਰੇ ਨਾਲ ਕੀ ਕੀ ਕੌਤਕ ਕਰਦਾ? ਕੋਈ ਦੋ ਕੌਤਕ ਦੱਸੋ। ਉਸ ਦਾ ਇੱਕ ਕੌਤਕ ਤਾਂ ਇਹ ਸੀ ਕਿ ਉਹ ਕਤੂਰੇ ਨੂੰ ਗਾਂ ਦੇ ਥਣ ਨਾਲ ਲਾ ਕੇ ਉਸ ਨੂੰ ਉਸ ਦਾ ਦੁੱਧ ਚੁੰਗਣ ਲਾ ਦਿੰਦਾ ਤੇ ਦੂਜਾ ਇਹ ਕਿ ਉਹ ਉਸ ਨੂੰ ਕੱਟੇ ਉੱਤੇ ਬਿਠਾ ਕੇ ਹਾਥੀ ਦੀ ਸਵਾਰੀ ਬਣਾ ਦਿੰਦਾ। ਪ੍ਰਸ਼ਨ, ਧੀਰੂ ਬੱਸ ਦੇ ਡਲੇ ਕਿਉਂ ਮਾਰਦਾ ਸੀ? ਉੱਤਰ ਹੈ, ਉਹ ਬੱਸ ਵਿਰੁੱਧ ਗੁੱਸੇ ਨਾਲ ਭਰਿਆ ਪਿਆ ਸੀ ਕਿਉਂਕਿ ਅਜਿਹੀ ਬੱਸ ਦੇ ਹੇਠਾਂ ਆ ਕੇ ਉਸ ਦਾ ਪਿਆਰਾ ਕਤੂਰਾ ਮਰ ਗਿਆ ਸੀ। ਇਸ ਕਰਕੇ ਉਸ ਦਾ ਬਦਲਾ ਲੈਣ ਲਈ ਬੱਸ ਦੇ ਡਲੇ ਮਾਰਦਾ ਸੀ। ਪ੍ਰਸ਼ਨ, ਧੀਰੂ ਦੇ ਸੁਭਾਅ ਵਿੱਚ ਕੀ ਤਬਦੀਲੀ ਆਈ? ਉੱਤਰ, ਕਤੂਰੇ ਦੇ ਹੁੰਦਿਆਂ ਧੀਰੂ ਦੂਜੇ ਨਿਆਣਿਆਂ ਨਾਲ ਲੜਨੋਂ ਝਗੜਨੋਂ ਹਟ ਗਿਆ ਸੀ, ਪਰ ਜਦੋਂ ਦਾ ਬੱਸ ਹੇਠਾਂ ਆ ਕੇ ਉਸ ਦਾ ਕਤੂਰਾ ਮਰਿਆ ਉਦੋਂ ਉਸ ਦੀਆਂ ਆਦਤਾਂ ਬਹੁਤ ਵਿਗੜ ਗਈਆਂ। ਰੋਟੀ ਖਾਂਦਾ ਖਾਂਦਾ ਉਹ ਬਾਹਰ ਤੁਰ ਜਾਂਦਾ, ਗੁੱਸੇ ਵਿੱਚ ਆ ਕੇ ਦਾਲ ਪਾਣੀ ਡੋਲ ਦਿੰਦਾ। ਇਸ ਦੇ ਨਾਲ ਗੁੱਸਾ ਤੇ ਬਦਲਖੋਰੀ ਦੀ ਭਾਵਨਾ ਉਸ ਵਿੱਚ ਵੱਧ ਗਈ ਸੀ। ਧੀਰੂ ਕਹਾਣੀ ਦਾ ਲੇਖਕ ਕੌਣ ਹੈ? ਇਹ ਕਹਾਣੀ ਪੰਜਾਬੀ ਦੇ ਪ੍ਰਸਿੱਧ ਲੇਖਕ ਗੁਰਦਿਆਲ ਸਿੰਘ ਦੀ ਰਚਨਾ ਹੈ। ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ। ਕਤੂਰਾ ਕੁੱਤੀ ਦਾ ਬੱਚਾ, ਧੀਰੂ ਨੇ ਕਤੂਰੇ ਦਾ ਨਾਂ ਭੌਰੂ ਰੱਖਿਆ। ਕੌਤਕ ਚਮਤਕਾਰ, ਧਾਰਮਿਕ ਮਹਾਂਪੁਰਸ਼ਾਂ ਦੇ ਜੀਵਨ ਨਾਲ ਬਹੁਤ ਸਾਰੇ ਕੌਤਕ ਜੁੜੇ ਹੁੰਦੇ ਹਨ। ਜਿੱਦੀ ਅੜੀਅਲ, ਭੌਰੂ ਜਿੱਦੀ ਸੁਭਾਅ ਵਾਲਾ ਬਣ ਗਿਆ। ਸੜਕ ਪੱਕਾ ਰਸਤਾ, ਸਾਡੇ ਪਿੰਡ ਨੂੰ ਸ਼ਹਿਰ ਤੋਂ ਇੱਕ ਪੱਕੀ ਸੜਕ ਜਾਂਦੀ ਹੈ। ਚਪੇੜ ਥੱਪੜ, ਮਾਂ ਨੇ ਸ਼ਰਾਰਤੀ ਮੁੰਡੇ ਦੇ ਮੂੰਹ ਤੇ ਚਪੇੜ ਮਾਰੀ। ਅੜਬ ਅੜੀਅਲ ਸੁਭਾਅ ਵਾਲਾ ਗੁੱਸੇ ਵਾਲਾ, ਮੇਰਾ ਭਰਾ ਬੜਾ ਹੀ ਅੜਬ ਆਦਮੀ ਹੈ, ਕਿਸੇ ਦੀ ਗੱਲ ਨਹੀਂ ਮੰਨਦਾ। ਫਿਕਰਮੰਦ ਚਿੰਤਾਤੁਰ, ਭੌਰੂ ਦੇ ਮਾਤਾ ਪਿਤਾ ਉਸ ਲਈ ਫਿਕਰਮੰਦ ਰਹਿੰਦੇ ਸਨ। ਧੰਨਵਾਦ ਜੀ।